ऊंचे मंदर साल रसोई। ऊंचे मंदर साल रसोई। एक करी फुन रहन ना होई। एह तन ऐसा जैसे कास की टाटी। जल गयो कास रल गयो माटी। रहाउ भाई भंदो कुटुंबो सहेरा। ओए पी लागे काड़ सवेरा। घर की नार उरहे तन लागी। ओ तो पूत भूत कर भागी। कह रविदास सबे जब लुटिया। हम तो एक राम कह छुटिया। कह रविदास सबे जग लुटिया। हम तो एक राम कह छुटिया। चबर छतर तख्त दा मालक साहिब श्री गुरु ग्रंथ साहिब महाराज सच्चा पातशाह जी दी पावन पवित्र हजूरी दे विच सुशोभित गुरु प्यारिओ, आप सब बड़े बड़भागे हों। सतगुरां दी पावन बाणी दी विचार करन दा सुभाग मिलिया। आओ गुरदेव पातशाह जी दे अमोलक बचनां नूं विचारीए, गुरफतेह दी सांझ पाईए। सबना ने बोलना जी आखिओ वाहिगुरू जी का खालसा वाहिगुरू जी की फतेह। पावन शब्द जो आपां गुरु साहिब जी की पावन बाणी विचों पढ़िया है, सूही राग दे अंदर भगत रविदास जी ने कृपा की है। भगत जी अज दे इस पावन शब्द विच साडे शरीर दी ताकत बारे दसदे ने। इहदी ताकत किन्नी का ते जिन्नी ताकत है ये कादे करके है। जे ताकत नहीं है तां ये क्यों नहीं है। इहदे बारे सानू भगत जी ने पावन बाणी दे विच गुरदेव पातशाह जी ने उपदेश बख्शिश कीता। रहाउ दा वचना ए तन ऐसा जैसे घास की टाटी। ये तन अजिहा है जिमें घाह है, खब्बल है। ते आपां घाह फूस दी बनाई हुई झोपड़ी, झोपड़ी दे लई कुछ लफ्ज वरतदे हैं। झोपड़ी भी कहने, कुली भी कह दिंदे आ, झुग्गी भी कह दिंदे आ।
ਤੇ ਇੱਥੇ ਭਗਤ ਰਵਿਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਟਾਟੀ ਦਾ ਅਰਥ ਇੱਕ ਝੁੱਗੀ। ਹੁਣ ਜੇ ਆਪਾਂ ਇੱਕ ਘਾਹ ਫੂਸ ਦੀ ਬਣਾਈ ਹੋਈ ਝੌਪੜੀ, ਉਸ ਦੀ ਤੁਲਨਾ ਕਿਸੇ ਵੱਡੇ ਤੋਂ ਵੱਡੇ ਸੋਹਣੇ ਮਜ਼ਬੂਤ ਬਣਾਏ ਹੋਏ ਕਿਲੇ ਦੇ ਨਾਲ ਕਰੀਏ, ਮਹਿਲ ਦੇ ਨਾਲ ਕਰੀਏ, ਤਾਂ ਵੇਖਣਾ ਪਊਗਾ ਘਾਸ ਦੀ ਟਾਟੀ ਨਾਲੋਂ ਜਾਂ ਮਹਿਲ ਨਾਲੋਂ ਦੋਨਾਂ ਦੀ ਤੁਲਨਾ ਕਰਿਆ ਸਾਨੂੰ ਕੀ ਮਿਲਦਾ ਗਾ? ਕਦਰ ਕਿਸ ਦੀ ਜ਼ਿਆਦਾ, ਕੀਮਤ ਕਿਸ ਦੀ ਜ਼ਿਆਦਾ? ਮਨਿਆਦ ਆ ਜਿਹੜੀ ਉਹ ਘਾਹ ਦੀ ਝੌਂਪੜੀ ਜਾਂ ਮਹੱਲ ਦੀ ਜ਼ਿਆਦਾ, ਕਿਹਦੀ ਜ਼ਿਆਦਾ? ਜੇ ਆਪਾਂ ਕੰਪੈਰੀਜ਼ਨ ਕਰੀਏ, ਤੋਲੀਏ, ਤਾਂ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸਾਡੇ ਲਈ ਇਹ ਨਹੀਂ ਹੈ ਵੀ ਤੇਰਾ ਸਰੀਰ ਪੱਕੇ ਮਹਿਲ ਵਰਗਾ, ਮਜ਼ਬੂਤ ਮਹਿਲ ਵਰਗਾ, ਜਿਸ ਮਹਿਲ ਦੀਆਂ ਨੀਹਾਂ ਬੜੀਆਂ ਮਜ਼ਬੂਤ ਨੇ, ਤੇਰਾ ਸਰੀਰ ਰੂਪੀ ਘਰ, ਝੌਪੜੀ, ਮਹਿਲ ਉਹਦੇ ਵਰਗਾ ਘਰ ਹੈ। ਭਗਤ ਜੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਵੇਂਦਿਆਂ ਹੋਇਆਂ ਸਾਨੂੰ ਸਮਝਾ ਦਿੱਤਾ ਵੀ ਜਿਹੜਾ ਸਾਡਾ ਤਾਨਾ ਨਾ, ਜਿਹੜਾ ਸਾਡਾ ਸਰੀਰ ਆ, ਘਰ ਆਗਾ, ਇਹਨੂੰ ਆਪਾਂ ਮਹਿਲ ਮਜ਼ਬੂਤ ਕਹਿ ਨਹੀਂ ਸਕਦੇ, ਕਿਉਂਕਿ ਇਹਦੀ ਮਜ਼ਬੂਤੀ ਬਿਲਕੁਲ ਥੋੜੀ ਆ। ਤੇ ਜੇ ਦੂਜਾ ਪਾਸਾ ਵੇਖੀਏ, ਮਜ਼ਬੂਤ ਤੋਂ ਮਜ਼ਬੂਤ ਪ੍ਰਬੰਧ ਇਸੇ ਸਰੀਰ ਨੇ ਕੀਤੇ ਆ ਧਰਤੀ ਤੇ। ਗੱਲ ਸਮੁੰਦਰਾਂ ਦੇ ਵਿੱਚ ਚੱਲਣ ਵਾਲੇ ਜਹਾਜ਼ਾਂ ਦੀ ਹੋਵੇ, ਚਾਹੇ ਹਵਾਈ ਜਹਾਜ਼ਾਂ ਦੀ ਹੋਵੇ, ਗੱਲ ਵੱਡੇ ਤੋਂ ਵੱਡੀ ਮੁਸ਼ਕਲ ਦੀ ਹੋਵੇ ਤੇ ਭਾਵੇਂ ਛੋਟੇ ਤੋਂ ਛੋਟੇ ਆਸਾਨ ਕੰਮ ਦੀ ਹੋਵੇ, ਕਿਸੇ ਵੀ ਚੀਜ਼ ਦੀ ਗੱਲ ਹੋਵੇ, ਪਰ ਚੇਤਾ ਰੱਖਿਓ ਜੇ ਗੱਲ ਆਉਂਦੀ ਆ ਤਾਂ ਇਸ ਸਰੀਰ ਤੇ ਆਉਂਦੀ ਆ ਵੀ ਸਰੀਰ ਨੇ ਤਿਆਰ ਕੀਤਾ। ਮਜ਼ਬੂਤ ਤੋਂ ਮਜ਼ਬੂਤ ਕਿਲੇ, ਮਜ਼ਬੂਤ ਤੋਂ ਮਜ਼ਬੂਤ ਕਿਲਿਆਂ ਨੂੰ ਤੋੜਨ ਦੇ ਲਈ ਵੱਡੇ ਵੱਡੇ ਟੈਂਕ, ਤੋਪਾਂ ਇਹ ਸਰੀਰ ਨੇ ਤਿਆਰ ਕੀਤੀਆਂ। ਜੇ ਆਪਾਂ ਇਦਾਂ ਵੇਖੀਏ ਦੁਨਿਆਵੀ ਤਲ ਤੇ, ਤਾਂ ਸਰੀਰ ਬਹੁਤ ਮਜ਼ਬੂਤ ਆ, ਬੜਾ ਤਾਕਤਵਰ ਆ, ਇਹਦੇ ਵਰਗਾ ਹੋਰ ਕੁਛ ਨਹੀਂ। ਇਉਂ ਵੀ ਲਿਖਿਆ, ਧਰਤੀ ਤੇ ਤੇਰੀ ਸਕਦਾਰੀ, ਤੂੰ ਸਭ ਤੋਂ ਉੱਚਾ, ਇਸ ਧਰਤੀ ਤੇ ਤੂੰ ਸਰਦਾਰ ਆ ਸਭ ਦਾ, ਸਭ ਤੋਂ ਸਰਵੋਤਮ ਆ ਤੂੰ। ਤੇ ਹੁਣ ਜਿਵੇਂ ਭਗਤ ਸਾਹਿਬਾਨ ਜੀ ਨੇ ਦੱਸਿਆਗਾ, ਤੇ ਜੇ ਉਦਾਂ ਵਿਖ ਗਏ ਤਾਂ ਫਿਰ ਇਹ ਸਰੀਰ ਦੀ ਜਿਹੜੀ ਮਜ਼ਬੂਤੀ ਆ, ਉਸ ਪਰਮੇਸ਼ਰ ਨੂੰ ਪੁੱਛ ਗਏ, ਗੁਰੂ ਦੇ ਵਚਨਾਂ ਰਾਹੀਂ ਸਮਝ ਗਏ, ਤਾਂ ਕੁਛ ਵੀ ਨਹੀਂ। ਦੋ ਖਿਆਲ ਇੱਥੇ ਬਣ ਗਏ। ਭਗਤ ਜੀ ਨੇ ਸਾਨੂੰ ਦੱਸਿਆ ਵੀ ਸਰੀਰ ਦੀ ਮਜ਼ਬੂਤੀ ਕਿੰਨੀ ਕਾ, ਜੇ ਹੈ ਤਾਂ ਕਿਉਂ ਆ? ਸਰੀਰ ਦੀ ਮਜ਼ਬੂਤੀ ਨਹੀਂ ਹੈ ਤਾਂ ਕਿਉਂ ਨਹੀਂ ਹੈ? ਇਹੀ ਵਿਸ਼ਾ ਬਣਿਆ। ਹੁਣ ਭਗਤ ਜੀ ਨੇ ਨਾਲ ਦੀ ਨਾਲ ਸਾਨੂੰ ਦੱਸ ਦਿੱਤਾ ਵੀ ਜੇ ਦੁਨੀਆ ਦੀ ਅੱਖ ਨਾਲ ਵੇਖੇਗਾ, ਇਹ ਸਰੀਰ ਨਾਲੋਂ ਵੱਡਾ ਕੁਛ ਨਹੀਂ। ਤੇ ਜੇ ਵੱਡੇ ਕੀਆਂ ਵਡਿਆਈਆਂ, ਜਿਸ ਵੱਡੇ ਪਰਮਾਤਮਾ ਨੇ ਸਰੀਰ ਬਣਾਇਆ, ਫਿਰ ਉਹ ਵੱਡੇ ਪਰਮਾਤਮਾ ਦਾ ਸ਼ੁਕਰ ਵੀ ਕਰਨਾ। ਦੋਨੇ ਖਿਆਲ, ਸਰੀਰ ਨਾਲੋਂ ਉੱਤਮ ਵੀ ਕੁਛ ਨਹੀਂ, ਵੱਡਾ ਵੀ ਕੁਛ ਨਹੀਂ, ਸਰੀਰ ਨਾਲੋਂ ਦੁਨੀਆ ਦੀ ਅੱਖ ਮੁਤਾਬਕ ਮਜ਼ਬੂਤ ਵੀ ਕੁਝ ਨਹੀਂ, ਕਿਉਂਕਿ ਨੇ ਵੱਡੇ ਵੱਡੇ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਟ੍ਰੇਨਾਂ, ਵੱਡੇ ਵੱਡੇ ਸਾਧਨ ਬਣਾ ਦਿੱਤੇ। ਮਜ਼ਬੂਤ ਤੋਂ ਮਜ਼ਬੂਤ ਕਿਲੇ, ਕਿਲਿਆਂ ਨੂੰ ਢਾਉਣ ਵਾਸਤੇ ਵੱਡੇ ਵੱਡੇ ਟੈਂਕ ਬਣਾ ਦਿੱਤੇ। ਉਹ ਸਭ ਕੁਝ ਇਸ ਸਰੀਰ ਦੀ ਸੱਤਿਆ ਕਰਕੇ, ਤਾਕਤ ਕਰਕੇ ਆ। ਤੇ ਇਹ ਸਰੀਰ ਦੀ ਤਾਕਤ ਉਹਨਾਂ ਅਵਸਥਾ ਨੂੰ ਵੇਖ ਕੇ ਤਾਂ ਬਹੁਤ ਜ਼ਿਆਦਾ। ਤੇ ਹੁਣ ਅਗਲੀ ਗੱਲ ਜਿਹੜੀ ਕਹੀ ਆ ਨਾ, ਇੱਥੇ ਭਗਤ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗਿਆਨ ਦੇ ਸੰਬੰਧੀ ਵਿਚਾਰ ਕਰਨੀ ਆ, ਭਗਤਾਂ ਦੇ, ਦਾਨੇ ਪੁਰਖਾਂ ਦੇ ਪਾਵਨ ਬੋਲਾਂ ਦੇ ਸੰਬੰਧੀ ਵਿਚਾਰ ਕਰਨੀ ਆ, ਤਾਂ ਫਿਰ ਭਗਤ ਜੀ ਕਹਿੰਦੇ ਇਹ ਸਰੀਰ ਭਾਈ ਤੇਰਾ ਘਾਹ ਦੀ ਝੌਂਪੜੀ ਵਰਗਾ,
ਘਾਹ ਦੀ ਬਣੀ ਹੋਈ ਝੁੱਗੀ ਵਰਗਾ ਇਹ ਸਰੀਰ ਨਾ ਘਾਹ ਦੀ ਬਣੀ ਹੋਈ ਝੌਂਪੜੀ ਵਰਗਾ। ਫਿਰ ਤੂੰ ਹਿਸਾਬ ਆਪ ਲਾ ਲਾ। ਦੋਨੇ ਖਿਆਲ ਇੱਥੇ ਬਣ ਗਏ। ਸਰੀਰ ਤਾਕਤਵਰ ਵੀ ਬਹੁਤ ਆ, ਪਰ ਜਦੋਂ ਸੁਰਤ ਦੀ ਐਨਕ ਲਾ ਕੇ ਵੇਖਾਂਗੇ ਤੇ ਸਰੀਰ ਸਭ ਤੋਂ ਨਿਰਬਲ ਹੈ, ਬਲ ਰਹਿਤ ਹੈ, ਇਹਦੇ 'ਚ ਕੋਈ ਬਲ ਵੀ ਨਹੀਂ ਹੈ। ਹੁਣ ਅਗਲੀ ਗੱਲ ਕੀ ਸੀ ਵੀ ਸਾਡਾ ਸਰੀਰ ਜੇ ਤਾਕਤਵਰ ਆ ਤਾਂ ਕਿਉਂ ਆ, ਜੇ ਤਾਕਤਵਰ ਨਹੀਂ ਹੈ ਤਾਂ ਕਿਉਂ ਨਹੀਂ ਹੈ। ਹੁਣ ਇਹ ਤਾਕਤਵਰ ਇਸ ਕਰਕੇ ਆ ਕਿਉਂਕਿ ਸਭ ਤੋਂ ਸਰਦਾਰ ਹੈ, ਇਹਦੇ ਵਿੱਚ ਤਾਕਤਵਰ ਸਭ ਤੋਂ ਜਿਹੜਾ ਵੱਡਾ ਪੁਰਜਾ ਨਾ ਉਹ ਦਿਮਾਗ ਆ। ਦਿਮਾਗ ਦੇ ਵਿੱਚ ਜ਼ਿੰਦਗੀ ਨੂੰ ਸਵਾਰਨ ਦੇ ਲਈ ਬੜੇ ਖਿਆਲ ਆਏ, ਜ਼ਿੰਦਗੀ ਨੂੰ ਬਰਬਾਦ ਕਰਨ ਦੇ ਲਈ ਬਹੁਤ ਖਿਆਲ ਆਏ। ਦੋਨੇ ਤਰ੍ਹਾਂ ਦੇ ਖਿਆਲ ਆਏ। ਚਲੋ ਉਹਨਾਂ ਵਿਸ਼ਿਆਂ ਤੇ ਆਪਾਂ ਗੱਲਾਂ ਕਰਦੇ ਰਹਿੰਦੇ ਆ ਵੀ ਕਿਹੋ ਜਿਹੇ ਖਿਆਲ ਆਉਣੇ ਚਾਹੀਦੇ ਤੇ ਕਿਹੋ ਜਿਹੇ ਖਿਆਲ ਸਾਨੂੰ ਆ ਰਹੇ ਨੇ। ਫਿਰ ਉਸੇ ਦਿਮਾਗ ਦੇ ਵਿੱਚੋਂ ਬਹੁਤ ਕੁਝ ਨਿਕਲਿਆ, ਦਿਮਾਗ ਦਾ, ਮਨ ਦਾ ਵਿਕਾਸ ਹੋਇਆ। ਬੰਦੇ ਨੇ ਕੀ ਕੁਛ ਕਰ ਦਿੱਤਾ ਤੇ ਉਹ ਆਪਾਂ ਨਿਗਾਹ ਮਾਰ ਕੇ ਵੇਖ ਲਈਏ, ਨਜ਼ਰ ਮਾਰ ਕੇ ਤੱਕਣਾ। ਇਹ ਤਾਂ ਇਹਦੀ ਤਾਕਤ ਆ ਦਿਮਾਗ ਕਰਕੇ। ਹੁਣ ਤਾਕਤ ਇੱਥੇ ਆ ਕੇ ਦਿਮਾਗ ਦੀ ਖਤਮ ਹੋ ਗਈ। ਦਿਮਾਗ ਕਰਕੇ ਬਹੁਤ ਵੱਡੀ ਤਾਕਤ ਆ, ਵੱਡੇ ਵੱਡੇ ਸਾਧਨ ਬਣਾ ਦਿੱਤੇ ਨੇ, ਵੱਡੇ ਵੱਡੇ ਹਾਈਡਰੇ ਮਸ਼ੀਨਾਂ ਬਣਾ ਦਿੱਤੀਆਂ, JCB ਮਸ਼ੀਨਾਂ ਬਣਾ ਦਿੱਤੀਆਂ, ਟਨਾਂ ਦੇ ਟਨ ਵਜਨ ਚੱਕ ਕੇ ਲੈ ਜਾਂਦੀਆਂ ਨੇ, ਬਹੁਤ ਵੱਡੇ ਵੱਡੇ ਸਾਧਨ ਬਣਾ ਦੇਣਾ। ਪਰ ਇੱਥੇ ਆ ਕੇ ਇਹਨੇ ਆਪਣੇ ਸਰੀਰ ਦੇ ਲਈ ਬੜੇ ਵੱਡੇ ਵੱਡੇ ਮਹਿਲ ਉਸਾਰ ਲਏ, ਮਜ਼ਬੂਤ ਮਹਿਲ ਉਸਾਰ ਲਏ। ਇਹਨੇ ਤਨ ਤੇ ਪਹਿਨਣ ਵਾਲੀਆਂ ਉਹ ਜਾਕਟਾਂ ਬਣਾ ਲਈਆਂ ਜਿਨ੍ਹਾਂ ਜਾਕਟਾਂ ਦੇ ਰਾਹੀਂ ਗੋਲੀ ਟੱਚ ਨਹੀਂ ਹੁੰਦੀ, ਅੰਦਰ ਸੀਨੇ ਤੱਕ, ਸਕਿਨ ਤੱਕ, ਮਾਸ ਤੱਕ ਗੋਲੀ ਨਹੀਂ ਜਾਂਦੀ, ਕੋਈ ਔਜ਼ਾਰ, ਤਿੱਖੇ ਤੋਂ ਤਿੱਖਾ ਹਥਿਆਰ ਵੀ ਨਹੀਂ ਜਾਂਦਾ। ਉਹ ਸਾਧਨ ਬਣਾ ਲਏ ਇਹਨੇ। ਏਅਰ ਕਿੱਟਾਂ ਬਣਾ ਲਈਆਂ ਵੀ ਜੇ ਐਕਸੀਡੈਂਟ ਹੋਊਗਾ ਤਾਂ ਮੇਰੇ ਸਰੀਰ ਦੀ ਸੁਰੱਖਿਅਤ ਹੋਵੇ। ਬਹੁਤ ਕੁਝ ਬਣਾ ਲਿਆ ਨਾ, ਪਰ ਇੱਥੇ ਆ ਕੇ ਦਿਮਾਗ ਫੇਲ ਹੋ ਗਿਆ। ਕਿੱਥੇ ਆ ਕੇ? ਜਿਹੜੇ ਲੈਵਲ ਤੇ ਆ ਕੇ ਭਗਤ ਰਵਿਦਾਸ ਜੀ ਨੇ ਗੱਲ ਕੀਤੀ ਆ। ਉਹ ਲੈਵਲ ਕਿਹੜਾ? ਜਿਸ ਦਿਨ ਮੌਤ ਆਵੇਗੀ, ਆ ਸਰੀਰ ਨੇ ਜਿਸ ਦਿਨ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਕਹਿਣਾਗਾ, ਸਰੀਰ ਵਿੱਚੋਂ ਜਿੰਦ ਨੇ ਨਿਕਲਣਾਗਾ, ਉਸ ਦਿਨ ਆਪਣੀ ਤਾਕਤ ਅਜ਼ਮਾ ਕੇ ਵੇਖ ਨਾ, ਉਹਦੇ ਤਾਕਤਾਂ ਫੇਰ ਨੇ। ਐਡੇ ਐਡੇ ਵੱਡੇ ਵੱਡੇ ਸਾਧਨ ਬਣਾਉਣ ਵਾਲਾ ਵਿਅਕਤੀ ਇੱਥੇ ਆ ਕੇ ਫੇਲ ਹੋ ਗਿਆ। ਇੱਥੇ ਆ ਕੇ ਇਹਦੀ ਤਾਕਤ ਆ ਜਿਹੜੀ ਉਹ ਘਟ ਗਈ। ਹੁਣ ਇਹ ਹੱਥ ਖੜੇ ਕਰ ਗਿਆ, ਕਹਿੰਦਾ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਮੌਤ ਤੋਂ ਬਚਣ ਦੇ ਸਾਧਨ ਬਹੁਤ ਬਣਾਏ, ਪਰ ਜਦੋਂ ਉਹ ਵਕਤ ਰੱਬੀ ਹੁਕਮ ਦੇ ਮੁਤਾਬਕ ਆ ਗਿਆ ਫਿਰ ਬਚਣਾ ਮੁਸ਼ਕਲ ਆ, ਫਿਰ ਨਹੀਂ ਬਚਿਆ ਜਾਂਦਾਗਾ। ਫਿਰ ਤਾਂ ਭਗਤ ਜੀ ਕਹਿੰਦੇ ਕਹਿਣਾ ਪਿਆ, ਕੀ ਕਹਿਣਾ ਪਿਆ? ਇਹ ਤਨ ਐਸਾ, ਜਿਹੜਾ ਤਨ ਐਡਾ ਵੱਡਾ ਨਾ, ਇਹਦੀ ਮਜ਼ਬੂਤੀ ਕਿੰਨੀ ਹੈ, ਇਹਨੇ ਕਿੰਨੇ ਮਜ਼ਬੂਤ ਸਾਧਨ ਬਣਾਏ ਨੇ, ਇਹਨੇ ਕੀ ਕੁਛ ਕੀਤਾ। ਤਨ ਨੇ, ਤਨ ਦੇ ਵਿੱਚੋਂ ਮਨ ਨੇ ਕੀ ਕੁਛ ਕੀਤਾ, ਬਹੁਤ ਕੁਛ ਕੀਤਾ। ਇਹਨੇ ਆਪਣੀ ਬੜੀ ਜ਼ਿਆਦੇ ਵੱਡੇ ਪੱਧਰ ਤੇ ਤਾਕਤ ਵਿਖਾਈ ਆ, ਪਰ ਇੱਥੇ ਆ ਕੇ ਫੇਲ ਹੋ ਗਿਆ। ਇੱਥੇ ਆ ਕੇ ਕਹਿਣਾ ਪਿਆ ਇਹ ਤਨ ਐਸਾ ਜੈਸੇ। ਤੁਲਨਾ ਕਾਹਦੇ ਨਾਲ ਕੀਤੀ ਆ? ਹੁਣ ਇੱਥੇ ਆ ਕੇ ਤੁਲਨਾ ਕਾਹਦੇ ਨਾਲ ਹੋਈ ਆ? ਕਿਸੇ ਵੱਡੇ ਤੋਂ ਵੱਡੇ ਸਾਧਨ ਨਾਲ ਤੁਲਨਾ ਨਹੀਂ ਕੀਤੀ, ਕਿਸੇ ਹਾਈਡਰੇ ਮਸ਼ੀਨ ਵਰਗੀ, ਕੋਈ ਕਿਸੇ ਟੈਂਕ ਨਾਲ, ਕਿਸੇ ਤੋਪ ਨਾਲ, ਕਿਸੇ ਵੱਡੇ ਤੋਂ ਵੱਡੇ ਮਜ਼ਬੂਤ ਕਿਲੇ ਦੇ ਨਾਲ ਤੁਲਨਾ ਨਹੀਂ ਕੀਤੀ। ਵੱਡੀ ਤੋਂ ਵੱਡੀ ਮਜ਼ਬੂਤ ਇਮਾਰਤ ਨਾਲ ਤੁਲਨਾ ਨਹੀਂ ਕੀਤੀ, ਮਜ਼ਬੂਤ ਤੋਂ ਮਜ਼ਬੂਤ ਇਮਾਰਤ ਨਾਲ ਨਾ। ਕਾਹਦੇ ਨਾਲ ਤੁਲਨਾ ਕੀਤੀ ਹੈ? ਫਿਰ ਤੁਲਨਾ ਕੀਤੀ ਹੈ ਇੱਕ ਘਾਹ ਦੀ ਬਣੀ ਹੋਈ ਝੌਂਪੜੀ ਨਾਲ। ਜਿਹੜੀ ਤੁਲਨਾ ਕੀਤੀ ਹੈ ਨਾ ਇੱਥੇ ਆ ਕੇ, ਜਦੋਂ ਬੰਦਾ ਬਲ ਰਹਿਤ ਹੋ ਗਿਆ, ਜਦੋਂ ਬੰਦਾ ਮਨੁੱਖ ਬਲ ਰਹਿਤ ਹੋ ਗਿਆ ਨਾ, ਫਿਰ ਉਦੋਂ ਭਗਤ ਰਵਿਦਾਸ ਜੀ ਨੇ ਤੁਲਨਾ ਇਹ ਤਨ ਦੀ ਇੱਕ ਕੱਖਾਂ ਕਾਨਿਆਂ ਤੋਂ ਬਣੀ ਹੋਈ ਝੌਂਪੜੀ ਨਾਲ ਕੀਤੀ ਆ। ਹੁਣ ਦੱਸ ਤੇਰੀ ਤਾਕਤ ਕਿੱਧਰ ਗਈ? ਹੁਣ ਦੱਸ ਕਿੱਥੇ ਗਈ ਤੇਰੀ ਉਹ ਸ਼ਕਤੀ, ਉਹ ਬਲ ਕਿੱਧਰ ਗਿਆ? ਬਲ ਛੁੱਟ ਕਿਉਂ? ਬੰਧਨ ਛੁੱਟੇ, ਉਹ ਬਲ ਕਿੱਧਰ ਗਿਆ? ਜਿਹੜੇ ਬਲ ਕਰਕੇ ਤੂੰ ਦੁਨੀਆ ਦੇ ਵਿੱਚ ਬੜੇ ਵੱਡੇ ਵੱਡੇ
ਆਪਣੇ ਵੱਲੋਂ ਉਪਰਾਲੇ ਕੀਤੇ ਸੀ, ਕਿੱਧਰ ਗਿਆ ਬਲ। ਇੱਥੇ ਆ ਕੇ ਹੁਣ ਹੱਥ ਖੜਿਆ, ਹੁਣ ਮੈਂ ਆਪਣੀ ਜ਼ਿੰਦਗੀ ਦੇ ਹੱਥ ਧੋ ਬੈਠਾ। ਬਲ ਛੁੱਟ ਗਿਓ, ਬਲ ਛੁੱਟ ਗਿਆ, ਬਲ ਟੁੱਟ ਗਿਆ, ਹੁਣ ਮੈਂ ਹੰਭ ਗਿਆ, ਹੁਣ ਮੈਂ ਥੱਕ ਗਿਆ, ਹੁਣ ਮੈਂ ਹਰ ਗਿਆ। ਇੱਥੇ ਆ ਕੇ ਮੇਰਾ ਤਨ ਕੱਖਾਂ ਕਾਨਿਆਂ ਦੀ ਝੌਂਪੜੀ ਵਰਗਾ, ਜਿਵੇਂ ਕੱਖਾਂ ਕਾਨਿਆਂ ਦੀ ਝੌਂਪੜੀ ਦੀ ਬੁਨਿਆਦ ਅੱਗ ਦੀ ਇੱਕ ਅੰਗਾਰੀ ਨੇ, ਅੱਗ ਦੀ ਇੱਕ ਸੀਖ ਨੇ। ਬਿਲਕੁਲ ਕੁਝ ਮਾਸਿਆਂ ਦੇ ਵਿੱਚ ਆ, ਕੁਝ ਥੋੜੇ ਤੋਂ ਥੋੜੇ ਮਤਲਬ ਰੂਪ ਦੇ ਵਿੱਚੋਂ ਸੀਖ ਨੂੰ ਮਸਾਲਾ ਦਿੱਤਾ ਹੋਇਆ। ਬਿਲਕੁਲ ਛੋਟੀ ਜੀ ਸੀਖ ਆ ਜਿਹੜੀ ਕੱਖਾਂ ਕਾਨਿਆਂ ਦੀ ਝੌਂਪੜੀ ਨੂੰ ਫਨਾਹ ਕਰ ਦਿੰਦੀ ਆ। ਵਹਿੰਦਿਆਂ ਵਹਿੰਦਿਆਂ ਪਰਮਾਤਮਾ ਦਾ ਉਹ ਅੰਗਿਆਰ ਰੂਪੀ ਛੋਟਾ ਜਿਹਾ ਹੁਕਮ ਆ, ਰੱਬ ਦਾ ਅੰਗਿਆਰ ਰੂਪੀ ਸੀਖ ਵਰਗਾ ਛੋਟਾ ਜਿਹਾ ਹੁਕਮ ਆ, ਛੋਟਾ ਜਿਹਾ। ਦੇਖੋ ਰੱਬ ਦਾ ਕੋਈ ਬਹੁਤ ਵੱਡਾ ਹੁਕਮ ਨਹੀਂ ਹੈ ਵੀ ਸਪੈਸ਼ਲ ਸਾਡੇ ਤੇ ਕੋਈ ਹੁਕਮ ਥਾਪਿਆਗਾ ਵੀ ਉਹਨੂੰ ਜਾ ਕੇ ਇਦਾਂ ਧੱਕਾ ਕਰੋ, ਜ਼ਬਰਦਸਤੀ ਕਰੋ, ਉਹਨੇ ਆਉਣਾ ਨਹੀਂ, ਵਿਚਰੂਗਾ ਨਾ ਨਾ। ਉਹਦਾ ਬਿਲਕੁਲ ਨਾਰਮਲ ਜਿਹਾ ਹੁਕਮ ਆ, ਨਾਲ ਦੀ ਨਾਲ ਆ ਸਰੀਰ ਵਿੱਚੋਂ ਜਿੰਦ ਨਿਕਲ ਜਾਂਦੀ ਹੈ, ਨਾਲ ਦੀ ਨਾਲ, ਅਟਕਦੀ ਨਹੀਂ ਹੈ। ਸਾਡੇ ਬੋਲ ਬਹੁਤ ਵੱਡੇ ਵੱਡੇ ਨੇ, ਅਸੀਂ ਅਰਦਾਸਾਂ ਕਰਦੇ ਹਾਂ ਬਚ ਜਾਵੇ, ਬਚ ਜਾਵੇ, ਪਰ ਬਚਦਾ ਨਹੀਂ ਹੈ। ਫਿਰ ਤਾਈਓ ਭਗਤ ਕਬੀਰ ਰਵਿਦਾਸ ਜੀ ਨੇ ਇੱਥੇ ਤੁਲਨਾ ਕੀਤੀ ਆ, ਇਹ ਤਨ ਐਸਾ ਕਿਹੋ ਜਿਹਾ ਜੈਸੇ ਘਾਸ ਕੀ ਟਾਟੀ। ਫਿਰ ਅੱਗੇ ਕੀ ਹੁੰਦਾ, ਰਲ ਜਲ ਗਇਓ ਘਾਸ। ਜਿਵੇਂ ਨਾ ਘਾਹ ਦਾ ਜਿੱਡਾ ਮਰਜੀ ਵੱਡਾ ਢੇਰ ਹੋਵੇ, ਜਿੱਡਾ ਮਰਜੀ ਘਾਹ ਫੂਸ ਦਾ ਵੱਡਾ ਢੇਰ ਹੋਵੇ, ਜਦੋਂ ਉਹ ਸੀਖ ਲੱਗੀ ਨਾ, ਮੱਚ ਗਿਆ। ਵੀਂਦਿਆਂ ਵੀਂਦਿਆਂ ਦੇਖਦਿਆਂ ਦੇਖਦਿਆਂ ਉਹ ਘਾਹ ਦੀ ਸਵਾਹ ਮਿੱਟੀ ਵਿੱਚ ਭਸਮ ਹੋ ਜਾਂਦੀ ਹੈ, ਰਲ ਜਾਂਦੀ ਹੈ, ਵੀਂਦਿਆਂ ਵੀਂਦਿਆਂ। ਹੁਣ ਬੰਦੇ ਦਾ ਸਰੀਰ ਬਹੁਤ ਤਾਕਤਵਰ ਸੀ। ਹੁਣ ਗੱਲ ਪਿੱਛੇ ਫਿਰ ਲੈ ਜਾਵਾਂਗੇ ਆਪਾਂ। ਬਹੁਤ ਵੱਡੀ ਤਾਕਤ ਸੀ ਬੰਦੇ ਕੋਲੇ, ਕਿਲੇ ਉਸਾਰੇ, ਕਿਲਿਆਂ ਵਿੱਚ ਵੱਡੇ ਵੱਡੇ ਰਹਿਣ ਦੇ, ਖਾਣ ਪੀਣ ਦੇ ਪ੍ਰਬੰਧ ਕੀਤੇ, ਬਹੁਤ ਵੱਡੇ ਪੱਧਰ ਤੇ ਨੇ ਕੁਛ ਕੀਤਾ ਆਪਣੀ ਰਾਖੀ ਦੇ ਲਈ। ਮੈਂ ਬਚਿਆ ਰਵਾਂ, ਮੇਰੇ ਤੱਕ ਕਿਸੇ ਆਮ ਦੀ ਪਹੁੰਚ ਨਾ ਹੋਵੇ, ਮੇਰੇ ਤੱਕ ਕਿਸੇ ਆਮ ਦੀ ਪਹੁੰਚ ਨਾ ਹੋਵੇ। ਸਿੱਧਾ ਹੈਲੀਕਾਪਟਰ ਮੇਰੀ ਕੋਠੀ ਵਿੱਚ ਉਤਰਦਾ ਹੋਵੇ, ਕੋਈ ਰਸਤਾ ਨਹੀਂ ਸਪੈਸ਼ਲ, ਤੇ ਸਿੱਧਾ ਹੀ ਉੱਥੋਂ ਚੜ੍ਹਦਾ ਹੋਵੇ, ਉਡਾਨ ਭਰਦਾ ਹੋਵੇ। ਤੇ ਪਰ ਫਿਰ ਵੀ ਇੱਕ ਦਿਨ ਐਸਾ ਆਇਆ ਜਿਸ ਦਿਨ ਹੈਲੀਕਾਪਟਰ ਫੇਲ ਹੋ ਜਾਂਦੇ ਆ, ਜਿਸ ਦਿਨ ਤਰੀਕੇ ਦਿਮਾਗੀ ਵਲਵਲੇ ਫੇਲ ਹੋ ਜਾਂਦੇ ਨੇ। ਫਿਰ ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ। ਇਹ ਭਾਈ ਤੇਰਾ ਤਨ ਅਜਿਹਾ ਹੈ, ਬਲ ਤੋਂ ਰਹਿਤ ਹੋ ਕੇ ਇਹ ਤਨ ਇੱਕ ਦਿਨ ਘਾਹ ਦੀ ਝੌਂਪੜੀ ਵਾਂਗੂ ਵਹਿੰਦਿਆਂ ਵਹਿੰਦਿਆਂ ਕੁਝ 5-7 ਮਿੰਟਾਂ ਦੇ ਵਿੱਚ ਮੱਚ ਕੇ ਸਵਾਹ ਹੋ ਜਾਊਗਾ। ਉਸ ਦਿਨ ਤੂੰ ਜ਼ੋਰ ਲਾ ਕੇ ਦੇਖੀ, ਤੈਨੂੰ ਕੋਈ ਬਚਾਉਣ ਵਾਲਾ ਆਊ ਜਾਂ ਨਹੀਂ ਆਉਂਦਾ। ਉਹਦੇ ਤੂੰ ਆਪਣੇ ਸਰੀਰ ਦੀ ਤਾਕਤ ਨਾਲ ਕੁਛ ਕਰ ਸਕੇਗਾ ਜਾਂ ਨਹੀਂ ਕਰ ਸਕਦਾ। ਰੁਪਈਆਂ ਦੀ ਤਾਕਤ ਨਾਲ ਕੁਛ ਕਰ ਲਵੇਂਗਾ, ਨਹੀਂ ਹੋਵੇਗਾ। ਜ਼ਮੀਨ ਜਾਇਦਾਦ ਦੀ ਤਾਕਤ ਨਾਲ ਕੁਛ ਕਰ ਲੇਗਾ, ਨਹੀਂ ਹੁੰਦਾਗਾ। ਭੈਣ ਭਰਾਵਾਂ ਦੀ ਤਾਕਤ ਨਾਲ, ਬੱਚੇ ਬੱਚੀਆਂ ਦੀ ਤਾਕਤ ਨਾਲ, ਮਾਤਾ ਪਿਤਾ ਦੀ ਤਾਕਤ ਨਾਲ ਆਪਣੇ ਆਪ ਨੂੰ ਬਚਾ ਲਵੇਂਗਾ, ਨਹੀਂ ਬਚਾਇਆ ਜਾਂਦਾ। ਫਿਰ ਉੱਥੇ ਆ ਕੇ ਤਾਂ ਇਹ ਸਰੀਰ ਨਾ ਘਾਹ ਵਰਗਾ ਬਣ ਗਿਆ ਭਾਈ। ਹੁਣ ਘਾਹ ਦੀ ਕਿੰਨੀ ਕੁ ਬੁਨਿਆਦ ਆ, ਘਾਹ ਦੀ ਕਿੰਨੀ ਕੁ ਬੁਨਿਆਦ ਆ, ਉਹ ਵਹਿੰਦਿਆਂ ਵਹਿੰਦਿਆਂ ਵਿਚਾਰਾ ਮੱਚ ਜਾਂਦਾ। ਫਿਰ ਆਪਾਂ ਪੰਕਤੀ ਪੜ੍ਹੀਏ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਰਲ ਗਏ ਉਹ ਘਾਸ ਵਾਹਿਗੁਰੂ, ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ। ਘਾਹ ਮੱਚ ਗਿਆ, ਸਵਾਹ ਬਣ ਕੇ ਮਿੱਟੀ 'ਚ ਰਲ ਗਿਆ। ਸਾਡੇ ਸਰੀਰ ਦੀ ਆਹੀ ਤਾਕਤ ਆ। ਅਸੀਂ ਇੰਨਾ ਕੁ ਕੋਸ਼ਿਸ਼ ਕਰ ਸਕਦੇ ਆ, ਇਹ ਤੋਂ ਵੱਧ ਕੁਛ ਨਹੀਂ ਕਰ ਸਕਾਂਗੇ। ਹੋਰ ਸਾਡੇ ਕੋਲੇ ਕੋਈ ਤਾਕਤ ਨਹੀਂ ਹੈ। ਜਿਉਂਦੇ ਜੀ ਬੰਦੇ ਨੇ ਬੜੀਆਂ ਟਾਰਾਂ ਮਾਰੀਆਂ, ਬੜੇ ਵੱਡੇ ਵੱਡੇ ਫੈਸਲੇ ਲੈਤੇ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਪਰ ਹੁਣ ਕਿੱਥੇ ਆ। ਖਿੰਨ ਮੈਂ ਭਏ ਪਰਾਏ, ਤੇਰੇ ਆਪਣੇ ਕਿੱਥੇ ਨੇ, ਇੱਕ ਖਿੰਨ ਦੇ ਵਿੱਚ ਪਰਾਏ ਹੋ ਗਏ। ਫਿਰ ਅੱਗੇ ਰਵਿਦਾਸ ਜੀ ਕਹਿੰਦੇ ਨੇ, ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ। ਰਹਾਓ ਉੱਚੇ ਮੰਦਰ ਸਾਲ ਰਸੋਈ। ਹੁਣ ਵੇਰਵਾ ਸਾਡੇ ਪਰਿਵਾਰ ਦਾ, ਸਾਡੇ ਘਰਾਂ ਦਾ ਭਗਤ ਜੀ ਦਿੰਦੇ ਨੇ, ਵੈਸੇ ਆਪਾਂ ਨੂੰ ਪਤਾ, ਪਰ ਫਿਰ ਵੀ ਜੋ ਭਗਤ ਜੀ ਨੇ ਕਿਹਾਗਾ ਤੇ ਆਪਾਂ ਸੁਣਨਾ, ਉਹਨੂੰ ਸੁਣ ਕੇ ਮੰਨਣਾ।
ये साडा फर्ज है। भगत जी कहते ऊंचे मंदिर, बड़े 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 तेरे महल बने हुए सी, साल रसोई, साल तो भाव बहुत सोहनी तेरी रसोई बनी हुई सी, रसोई घर जिथे चंगियां चंगियां ताकतवर वस्तुआं बना बना के तू खांदा सी। आ दवाई खाऊंगा, आ नहीं कुछ होगा, आ खाऊंगा, आ कुछ नहीं होगा। सारियां दवाइयां फेल हो गई, सारे पकवान फेल हो गए, उच्चे मंदिर बड़े बड़े महल भी फेल हो गए। उन्हां महिलां ने साडी राखी नहीं की। उच्चे मंदिर, साल रसोई, जिहड़ियां रसोईयां च पकवान बनते सी ना वो भी फेल हो गई। उच्चे मंदिर, साल रसोई, फिर अगे लिखिया की आ, एक घड़ी, एक घड़ी फुन रहन ना होई। इन्हां रसोईयां च, इन्हां महिलां दे विच तैनूं एक घड़ी तो वध भी रखिया नहीं जाना। एक इशारा किया, चलो घड़ी तो घट वक्त भी रखा जा सकता, घड़ी तो वध वक्त भी रखा जा सकता, पर एक इशारा, तैनूं बहुता टाइम इन्हां महिलां दे विच, इन्हां रसोईयां दे विच नहीं रखा जाना। आखिरकार तो यही हुंदा, बनाए हुए उच्चे डाढ़े महलां दे विच नहीं लोथ नूं रखिया जांदा, लोथ नूं विहड़े 'च रखिया जांदा। तो आपां सारे वेखदे हांगे रसोईयां विच लोथ नूं संभालिया नहीं जांदा। जिस शरीर विचों जान निकल गई, जिंद निकल गई, उहनूं रसोई विच ना किसी कैबिन 'च नहीं फिट कीता जांदा भी इत्थे रख लो इहनूं, उहनूं बाहर रखिया जांदा गा विहड़े 'च, खुले आसमान दे विच पिया गा। एक घड़ी फुन रहन ना होई। हुण भगत जी कहंदे ना, कहंदे एक घड़ी तो वध के, मतलब तैनूं इत्थे किसी ने बहुता टाइम नहीं रखना गा। तेरे संगी साथी दोस्त मित्र सब पासा वट जाणगे। नौवें पातशाह दा पावन हुक्म सुनदे हैं ना, घर की नार बहुत हित जास्यो, सदा रहत संग लागी, जब ही हंस तजी एह काया, प्रेत प्रेत कर भागी। घर दी नार दे हालात भी आ हुंदे, नौवें पातशाह कहंदे इदां दे हालात हुंदे। चलो किते किते जिथे किते रब्बी बख्शिश आ ना, प्यार आ, वो वखरी गल आ। हुण इह गल नूं आपां माता गुजर कौर ते नहीं ला सकांगे भी माता गुजर कौर ने कहो भी निकल छेती छेती ना। ये दुनियावी उदाहरण आ गई साडी, जिथे मन दे वलवलिਆਂ मुताबक जिंदगी जोई जांदी आ। जिथे गुरमत दी गुड़ती है ना, गुरु दी मत है, उथे नहीं। उथे तां प्यार सत्कारयोग आ, दो शरीरां दा प्यार अति सत्कारयोग आ। एक जोत दोए मूर्ति, जिथे आ ख्याल नहीं, धन पैर कहीए सोए। जिथे शरीर दो ने, मूर्ति एक है, जोत एक है, उथे सत्कारयोग जीवन है। चलो फिर पातशाह जी जिक्र करते ने, कहते विचारी घर वाली भी ना, वो भी अपनी जुबान दे नाल कहंदी है छेती लै जाओ, छेती लै जाओ। वो भी कह रही है कुरला उठी, मैं कुछ नहीं कर सकती, मैं बचा नहीं सकती, ना बचा सकती ना कोई होर उपराला कर सकती। फिर बाणी च लिखिया ना, करदी की आ, पुत भाई भतीजे रोवे, परिवार पूरे दा पूरा, पत्नी बच्चे बच्चियां माता पिता जो भी मौजूदा उस टाइम ते हाजिर ने। पुत भाई भतीजे रोवे, प्रीतम अत प्यारे, सारी प्यार करते सी, पर रोण तो शिवा हुण भगत जी कहते उन्होंने पल्ले कुछ नहीं है। ताइयों कहा ये तन ऐसा जैसे घास की टाटी। इन्हां सारिਆਂ दे रोण वालिਆਂ ਦੀਆਂ ਅੱਖਾਂ ਦੇ ਸਾਹਮਣੇ ਇਹ ਤਨ ਘਾਹ ਦੀ ਝੌਂਪੜੀ ਵਾਂਗੂ ਨਾ ਮੱਚ ਜਾਂਦਾ ਹੈ। ਮੱਚਦਾ ਵੀ ਨਹੀਂ ਹੈ ਭਾਈ, ਆਪਾਂ ਸਾਰੇ ਦੇਖਦੇ ਆ, ਤੁਸੀਂ ਵੀ ਦੇਖਦੇ ਹੋ, ਆਪਾਂ ਵੀ ਦੇਖਦੇ ਆ। ਉੱਥੇ ਜਾ ਕੇ ਚਾਹੇ ਸਾਡੀ ਪਤਨੀ ਆ, ਚਾਹੇ ਪਤੀ ਆ, ਚਾਹੇ ਮਾਂ, ਚਾਹੇ ਬਾਪ, ਚਾਹੇ ਬੱਚੇ ਨੇ, ਨੌਜਵਾਨ ਪੁੱਤ ਵੀ ਕਿਉਂ ਨਾ ਹੋਵੇ, ਦੇਂਦਿਆਂ ਦੇਂਦਿਆਂ ਨਾ ਸੁਆਹ ਬਣ ਜਾਂਦੀ ਆ। ਤੇ ਹੁਣ ਭਗਤ ਜੀ ਨੇ ਇੱਥੇ ਕਿਹਾ, ਹੁਣ ਦੱਸ ਤੇਰੇ ਕੋਲੇ ਕਿਹੜੀ ਤਾਕਤ ਆ, ਇੰਨੀਆਂ ਤਾਕਤਾਂ ਤੂੰ ਜ਼ਿੰਦਗੀ 'ਚ ਵਰਤੀਆਂ, ਇੰਨੇ ਤੂੰ ਉਪਰਾਲੇ ਕੀਤੇ, ਹੁਣ ਕਿਹੜੀ ਤਾਕਤ ਆ। ਇੱਥੇ ਆ ਕੇ ਬੰਦੇ ਨੂੰ ਹੱਥ ਖੜੇ ਕਰਨੇ ਪੈਂਦੇ ਆ ਵੀ ਹੁਣ ਮੇਰੇ ਕੋਲੇ ਤਾਕਤ ਕੋਈ ਵੀ ਨਹੀਂ ਹੈ। ਇੱਥੇ ਆ ਕੇ ਮੰਨਣਾ ਪੈਂਦਾ ਰੱਬੀ ਭਾਣਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੱਡਾ ਪੁੱਤ ਅਟਲ ਰਾਏ, ਜਿਹਦਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬੈਕ ਸਾਈਡ ਦਿਹੋਰਾ ਬਣਿਆ ਹੋਇਆ, ਥੱਲੇ ਪ੍ਰਕਾਸ਼ ਹੈ। ਦਿਹੋਰੇ ਤੋਂ ਭਾਵ ਇੱਕ ਉੱਚੀ ਇਮਾਰਤ ਬਣੀ ਵੀ ਲੰਬੀ, ਥੱਲੇ ਪ੍ਰਕਾਸ਼ ਹੈ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉੱਪਰ ਬਹੁਤ ਉੱਚੀ ਇਮਾਰਤ ਆ, ਜਿਹਦੇ ਉੱਚੇ ਉੱਪਰ ਜਾਏ ਨਾ ਪੂਰੇ ਦਾ ਪੂਰਾ ਸ਼ਹਿਰ ਅੰਮ੍ਰਿਤਸਰ ਸਾਹਿਬ ਦਾ ਕੋਨਾ ਕੋਨਾ ਦਿੰਦਾ ਗਾ। ਅਟਲ ਰਾਏ ਦੀ ਜਗ੍ਹਾ ਬਣੀ ਪਈ ਆ। ਹੁਣ 6ਵੇਂ ਪਾਤਸ਼ਾਹ ਦਾ ਪੁੱਤ ਆਗਾ, ਚੜ੍ਹਾਈ ਕਰ ਗਿਆ। ਰੱਬ ਦਾ ਹੁਕਮ, ਨੌਜਵਾਨ ਪੁੱਤ ਚੜ੍ਹਾਈ ਕਰ ਜੇ ਤੇ ਦੇਖੋ ਹੁਣ ਬਾਪ ਦਾ ਕੀ ਹਾਲ ਹੁੰਦਾ, ਨੌਜਵਾਨ ਧੀ ਚੜ੍ਹਾਈ ਕਰ ਜੇ ਮਾਪਿਆਂ ਦਾ ਕੀ ਹਾਲ ਹੁੰਦਾ ਗਾ। ਪਰ ਉੱਥੇ ਜਿਹੜੀ ਗੱਲ ਸਾਨੂੰ ਭਗਤ ਜੀ ਨੇ ਦੱਸੀ ਹੈ ਨਾ, ਰੱਬ ਦੇ ਭਾਣੇ ਤੋਂ ਸਿਵਾ ਹੋਰ ਸਾਡੇ ਪੱਲੇ ਕੁਛ ਨਹੀਂ ਹੈ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੁੱਤ ਚੜ੍ਹਾਈ ਕਰ ਗਿਆ ਤੇ ਘਰ ਵਿੱਚ ਰਹਿ ਰਹੇ ਨੇ। ਗੁਰੂ ਸਾਹਿਬ ਜੀ ਦਾ ਸਾਧੂ ਆ ਸਾਈਂ ਦਾਸ, ਭਾਈ ਕੀ ਡਰੌਲੀ ਦਾ ਵਸਨੀਕ ਆ। ਤੇ ਜਿੱਥੇ ਭਾਈ ਕੀ ਡਰੌਲੀ 6ਵੇਂ ਪਾਤਸ਼ਾਹ ਦਾ ਦਰਬਾਰ ਬਣਿਆ ਹੋਇਆ ਅੱਜ ਕੱਲ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚਿਆ ਦੁੱਖ ਸਾਂਝਾ ਕਰਨ ਦੇ ਲਈ। ਇੱਥੇ ਇੱਕ ਗੱਲ ਧਿਆਨ ਵਿੱਚ ਰੱਖਿਓ, ਕਈ ਵਾਰ ਨਾ ਆਪਣੀ ਆਮ ਬੋਲੀ ਦੇ ਮੁਤਾਬਕ ਆਪਾਂ ਕਹਿ ਦਿੰਦੇ ਆ ਵੀ ਅਸੀਂ ਦੁੱਖ ਵੰਡਾਉਣ ਜਾਂਦੇ ਆ, ਜਾਂ ਕਈ ਵਾਰ ਕੋਈ ਬੁਲਾਰਾ ਵੀ ਕਹਿੰਦਾ ਵੀ ਤੁਸੀਂ ਸਾਰੇ ਇਸ ਪਰਿਵਾਰ ਦੇ ਦੁੱਖ ਵਿੱਚ ਦੁੱਖ ਵੰਡਾਉਣ ਆਏ ਹੋ। ਵੰਡਾਉਣ ਤੋਂ ਭਾਵ ਕੀ ਹੁੰਦਾ, ਅੱਧਾ ਅੱਧਾ ਵੰਡ ਲੈਣਾ। ਹੁਣ ਜੇ ਕਿਸੇ ਨੂੰ ਕੈਂਸਰ ਹੋਵੇ ਆਪਾਂ ਤਾਂ ਨਹੀਂ ਕਹਿੰਦੇ ਕਿ ਵੀ ਅੱਧਾ ਕੈਂਸਰ ਸਾਨੂੰ ਹੋ ਜੇ, ਦੁੱਖ ਵੰਡਾਉਣ ਆਏ ਆ ਨਾ। ਕਿਸੇ ਨੂੰ ਕੋਈ ਹੋਰ ਕਿਸੇ ਤਰ੍ਹਾਂ ਦੀ ਆਫਤ ਆਈ ਹੋਵੇ ਆਪਾਂ ਨਹੀਂ ਕਹਾਂਗੇ ਵੀ ਅੱਧੀ ਸਾਨੂੰ ਦੇ ਬਿਮਾਰੀ ਇਹ। ਵੰਡਾਉਣ ਤੋਂ ਭਾਵ ਹੈ ਨਾ ਵੀ ਰੋਟੀ ਇੱਕ ਆ, ਦੋ ਜਣੇ ਨੇ ਅੱਧੀ ਅੱਧੀ ਵੰਡ ਲਈ, ਸ਼ੱਕ ਨਹੀਂ। ਰੋਗ ਇੱਕ ਆ, ਸਰੀਰ ਦੋ ਨੇ, ਦੋ ਜਣਿਆਂ ਨੇ ਵੰਡ ਲਿਆ ਵੀ ਕੋਈ ਅੱਧਾ ਦਰਦ ਮੈਨੂੰ ਦੇ ਨਾ। ਉਹ ਤਾਂ ਆਪਾਂ ਪਿੱਛੇ ਵਿਚਾਰ ਸੁਣੀਏ ਨਾ, ਇਦਾਂ ਦੀ ਕਹਾਣੀ ਕੋਈ ਵੀ ਆਪਣੀ ਜ਼ਿੰਦਗੀ 'ਚ ਨਹੀਂ ਵਰਤਦਾ। ਦੁੱਖ ਸਾਂਝਾ ਕਰਨ ਆਏ ਆ, ਸਾਂਝੇ ਤੋਂ ਭਾਵ ਹੌਸਲਾ ਦੇਣ ਆਏ ਆ ਅਸੀਂ, ਉਹ ਇੱਕ ਵਿਸ਼ਾ ਅਲੱਗ ਆ। ਹੌਸਲਾ ਦੇਣ ਵਾਲੇ ਸਿਆਣੇ ਹੋਣ, ਨੈਗੇਟਿਵ ਪੱਖ ਬੋਲਣ ਵਾਲੇ ਨਾ ਹੋਣ। ਭਾਵ ਹੌਸਲਾ ਦੇਣ ਦੀ ਸਾਡੀ ਭਾਵਨਾ ਅਜਿਹੀ ਹੋਵੇ ਜਿਵੇਂ ਕਿ ਦਸ਼ਮੇਸ਼ ਪਿਤਾ ਡਿੱਗੇ ਹੋਏ ਸਰੀਰਾਂ ਨੂੰ ਖੜੇ ਕਰ ਦਿੰਦੇ ਸੀ ਗੱਲਾਂ ਕਰਕੇ। ਡਿੱਗੇ ਹੋਏ ਸਰੀਰਾਂ ਨੂੰ ਨਾ ਦਸ਼ਮੇਸ਼ ਪਿਤਾ ਖੜੇ ਕਰ ਦਿੰਦੇ ਸੀ। ਬਹੁਤ ਸਿਆਣੇ ਡਾਕਟਰ ਹੁੰਦੇ ਨੇ ਜਿਹੜੇ ਅਤੀ ਭੈੜੀ ਤੋਂ ਭੈੜੀ ਬਿਮਾਰੀ ਦੇ ਮਰੀਜ਼ ਨੂੰ ਗੱਲਾਂ ਦੇ ਨਾਲ ਬੈੱਡ ਤੋਂ ਖੜਾ ਕਰ ਦਿੰਦੇ ਨੇ, ਗੱਲਾਂ ਦੇ ਨਾਲ। ਅਸਾਂ ਜਿਸ ਡਾਕਟਰ ਦੇ ਅੰਦਰ ਭਾਵਨਾ ਹੋਵੇ ਜ਼ਿੰਦਗੀ ਨੂੰ ਕੁਝ ਸਕੂਨ ਦੇਣ ਦੇ ਲਈ, ਜਿਹਦੇ ਅੰਦਰ ਭਾਵਨਾ ਹੋਵੇ, ਜਿਹਦੇ ਅੰਦਰ ਲੁੱਟ ਦੀ ਭਾਵਨਾ ਵੀ ਲੁੱਟੀ ਚੱਲੋ ਪਿਆ ਰਹਿਣ ਦਿਓ ਬੈੱਡ ਤੋਂ ਆਪਾਂ ਠਾ ਕੇ ਕੀ ਲੈਣਾ, ਉਹ ਵੱਖਰਾ ਗੱਲ ਆ, ਉਹ ਇੱਕ ਵੱਖਰਾ ਵਿਸ਼ਾ ਹੈਗਾ। ਪਰ ਇੱਥੇ ਜਿਹਦੀ ਭਾਵਨਾ, ਜਿਹੜਾ ਡਾਕਟਰ ਸਿਆਣਾ ਨਾ ਉਹ ਦਵਾਈ ਘੱਟ ਦੇਊ, ਗੱਲਾਂ ਵੱਧ ਸੁਣਾਊਗਾ, ਗੱਲਾਂ ਸੁਣਾ ਕੇ ਮਰੀਜ਼ ਨੂੰ ਇੰਨਾ ਹੌਸਲਾ ਦਿੰਦਾ ਡਿੱਗੇ ਹੋਏ ਨੂੰ ਖੜਾ ਕਰ ਦਿੰਦਾਗਾ। ਤੇ ਤਰਤੀਬ ਆ ਬਣੀ ਆ ਕਿਸੇ ਦੇ ਘਰੇ ਜਾ ਕੇ ਦੁੱਖ ਸਾਂਝਾ ਕਰਨ ਦੀ, ਤੇ ਅੱਜ ਰੀਤ ਬਣ ਗਈ। 10 ਬਾਗੇ 10 ਮੁੜੇ, 10 ਬਾਗੇ 10 ਮੁੜੇ, 10 ਬਾਗੇ 10 ਮੁੜੇ। ਕੀਤਾ ਕੀ ਆ? ਕੁਛ ਨਹੀਂ। ਸੋਚੋ ਕਰਨ ਕੀ ਜਾਣਾ ਸੀ ਉਹ ਭੁੱਲ ਗਏ, ਵਿੱਚ ਤਾਂ ਹੌਸਲਾ ਦੇਣ ਜਾਣਾ ਸੀਗਾ। ਜਿਹੜੀ ਕਥਾ ਭੋਗ ਤੇ ਸੁਣਨੀ ਹੈ ਨਾ, ਇਹ 10 ਦਿਨ 8 ਦਿਨ ਅਗਲੇ ਦੇ ਘਰੇ ਜਾਂਦੇ ਉੱਥੇ ਜਾ ਕੇ ਹੋਵੇ ਵੀ ਭਾਈ ਇੱਥੇ ਨੈਗੇਟਿਵ ਗੱਲਾਂ ਨਹੀਂ ਕਰਨੀਆਂ, ਪੋਜ਼ਿਟਿਵ ਕਰਨੀਆਂ। ਜੇ ਨੌਜਵਾਨ ਬੱਚਾ ਚੜ੍ਹਾਈ ਕਰ ਗਿਆ ਨਾ, ਉਹਦੀ ਮਾਂ ਨੂੰ, ਉਹਦੇ ਬਾਪ ਨੂੰ, ਜਾਂ ਉਹਦੀ ਪਤਨੀ ਨੂੰ, ਜਾਂ ਪਤੀ ਚੜ੍ਹਾਈ ਕਰ ਗਿਆ ਪਤਨੀ ਨੂੰ, ਤੇ ਜੇ ਪਤਨੀ ਚੜ੍ਹਾਈ ਕਰ ਗਈ ਤਾਂ ਪਤੀ ਨੂੰ ਹੌਸਲਾ ਦੇਣਾਗਾ। ਆਹ ਪੱਖ ਹੁੰਦਾਗਾ। ਪਰ ਹੋ ਗਿਆ ਕੁਝ ਹੋਰ ਹੀ, ਅੱਜ ਰੀਤ ਬਣ ਗਈ। ਬਹੁਤਿਆਂ ਦਾ ਤਾਂ ਮੇਰੇ ਵਰਗਿਆਂ ਦੇ ਕਈ ਗੇੜੇ ਵੀ ਲੱਗ ਜਾਂਦੇ ਨੇ, ਵਿਹਲੇ ਹੁੰਦੇ ਨੇ ਚੱਲ ਕੇ ਜਾਏ ਉਹਨੇ ਬੈਠੇ ਹੁੰਦੇ ਹੈਗੇ, ਬੈਠਣ ਦਾ ਰਿਵਾਜ ਬਣ ਗਿਆ। ਇਹਦਾ ਮਤਲਬ ਕੀ ਸੀ ਤੇ ਮਤਲਬ ਕੀ ਬਣ ਗਿਆ? ਇਵੇਂ ਜਿਵੇਂ ਸਾਈਂ ਦਾਸ ਪਹੁੰਚਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ। ਸਾਈਂ ਦਾਸ ਪਹੁੰਚ ਗਿਆ, ਗੁਰੂ ਸਾਹਿਬ ਕੋਲੇ ਬੈਠ ਗਏ। ਸਾਈਂ ਦਾਸ ਕਹਿੰਦਾ ਬਹੁਤ ਮਾੜਾ ਕੰਮ ਹੋ ਗਿਆ। ਆਪਣੀ ਵੀ ਗੱਲ ਇਹੀ ਹੁੰਦੀ ਹੈ, ਭਾਵੇਂ 100 ਸਾਲ ਦਾ ਬਜ਼ੁਰਗ ਮਰੇ, ਲਫ਼ਜ਼ ਆਹੀ ਆਪਾਂ ਬੋਲਣਾ ਹੁੰਦਾ, ਬੜਾ ਹੀ ਮਾੜਾ ਕੰਮ ਹੋਇਆ ਭਾਈ। ਘਰ ਦਾ ਜਿੰਦਾ ਹੀ ਸੀ, ਭਾਵੇਂ 100 ਸਾਲ ਦਾ ਨਾ ਗਲਿਆ ਪਿਆ ਹੋਵੇ ਵਿਚਾਰਾ, ਉਹਨੂੰ ਵੀ ਆ ਕੇ ਆਪਾਂ ਇਹੀ ਪੁਆਇੰਟ ਬੋਲਦੇ ਹਾਂ, ਮਾੜਾ ਹੀ ਹੋਇਆ,
मगरों भावें कह दईए भी चल चंगा हो गया, पहला तो आही लफ्ज बोलते हैं, जानसार नहीं कहते भी चल वधिया हो गया, खड़ा छुट गया। हुण इत्थे इवें जिवें आके साईं दास ने कहता, कहंदा सच्चे पातशाह बड़ा माड़ा काम होया। दूजी गल रब ने धक्का ही कीता, माड़ा ही कीता। छेवें पातशाह ने दोने गल्लां सुन लईआं, बड़ा माड़ा होया। गुरु साहब कहंदे क्यों? रब ने माड़ा कीता। गुरु साहब कहंदे क्यों? साईं दास चुप। हुण गुरु साहब ने जवाब नहीं दिता भी हाँ माड़ा होया जां रब ने माड़ा कीता। गुरु साहब ने हंगारा सही च नहीं भरिया, गुरु साहब ने हंगारा इदां भरन तो मना कर दिता, चुप कर गए। साईं दास कहंदा सच्चे पातशाह तुहानूं दुख नहीं है? मैं कहा माड़ा होया, मैं कहा बड़ा माड़ा कीता रब ने, ते आपां भी यही गल कहने आ। गुरु साहब कहंदे साईं दास दुख कादा? साईं दास दुख कादा? कहंदा इस गल दा भी तुहाडा पुੱਤ चढ़ाई कर गया, 19 साल दा नौजवान पुੱਤ सी, गज वर्गा पुੱਤ सी, तेरा चढ़ाई कर गया, दुख। सच्चे पातशाह ने पुट्ठा सिर मारता ना दे विच, कहंदे दुख ना है ही नहीं गा। ते हुण गुरु साहब वल दे तक्के साईं दास भी कमाल दी गल है भी दुख ही है नहीं गा। हुण इत्थे पहलां गुरु साहब ने क्यों कहा सी, हुण गुरु साहब दा साडू कहंदा भी क्यों नहीं दुख? गुरदेव पातशाह जी कहंदे मैं सोच लिया। की सोच लिया? जेड़ा 19 साल पहला मेरे घर दे विच है ही नहीं सी, जेड़ा 19 साल पहला मैं उस अवस्था दे विच गया, 19 साल पहला दी अवस्था विच 19 साल पहला मेरे घर दे विच अजिहा पुੱਤ है ही नहीं सी, उवें मैं हुण मान लिया। 19 साल दा सुपना सी वो मेरा पूरा हो गया, सुपना टुट गया, अख खुल गई, गया तां गया सी, कोई गल नहीं, फिर की आ रब दी रजा। साडू चुप। गुरु साहब कहंदे चुप हो गया, कहंदा तेरियां गल्लां सुन के चुप हो गया, कहंदा मेरे कोले गल करन नूं कहंदा कोई होर गल ही नहीं रही। कहंदा गुरु साहब कहंदे चंगा फिर एक काम कर, 2 लकीरां वाह, 2 लकीरां वाह दित्तियां। ते गुरु साहब नाल दी नाल कहंदे ऐ कर ढा दे इन्हां नूं, ढा भी दित्तियां। जदों पहलां वाउण दे लकीरां वाह दित्तियां, जदों ढाउण दे लकीरां ढा दित्तियां, ते नाल दी नाल गुरु साहब कहंदे तैनूं लकीरां वाहुण वेले कोई खुशी होई सी? कहंदा ना। लकीरां ढाउण वेले गमी होई है कोई? कहंदा ना। जे लकीरां वाहुण वेले खुशी नहीं, ढाउण वेले गमी नहीं, बस आही तरतीब रब दे प्यारिਆਂ ਦੀ ਆ, आही कहानी रब दी आ, आही कहानी रब दी है, ते आही कहानी रब दे प्यारिਆਂ ਦੀ आ। रब ने आ शरीर रूपी लकीरां कढ़ियां ने, उहनूं खुशी कोई नहीं, शरीर रूपी लकीरां मिटा देवेगा ते उहनूं नाराजगी कोई नहीं। यही सुभाਅ साडा गा, ते गुरु साहब दा साडू चुप कर गया। चलो मान लो ये तो 6वें पातशाह दे घर दी खेड़ आ, 10वें जामे विच भी यही कुछ हुंदा गा, पर इत्थों सिੱਖਿਆ सानू मिलदी आ भी सानू रब ते शिकवा नहीं करना चाहिए, रब ते गिला नहीं करना चाहिए। रब दे गिला करांगे तो असीं मन्नांगे भी असीं अजे अणजाण, साडा गुरु दी बाणी पढ़ियां दा कोई असर नहीं होया, गुरु दी बाणी नूं समझियां दा कोई असर नहीं होया, जे रब नूं ही माड़ा माड़ा कही जावांगे। ये नाल आपां एक छोटा जिहा पॉइंट ले लिया सिੱਖਿਆ दा, पर अपनी विचार की सी ये साडा शरीर भाई घाह दी झोंपड़ी वर्गा, जिस दिन अंगियारी आके डिग पी बेंदियां बेंदियां ये शरीर मच जांदा। शमशान भूमि च 5-7 मिनटां दे विच भाई ये पूरे दा पूरा तन ना जिहड़ा मच जांदा गा। फिर भगत जी कहंदे हुण दस तेरे कोले कोई ताकत है? उत्थे आके असीं हत्थ खड़े करके ते जिहड़ी हुण तक दी विचार आ वो ये सी साडा शरीर ताकतवर किन्ना, बहुत ज्यादा ताकतवर वो आपां सुन लिया। इन्हें बड़े बड़े जहाज बना दिते, बड़े बड़े समुद्री जहाज बना दिते, वड्डियां वड्डियां ट्रेनां बना दित्तियां, बड़े बड़े हाइड्रे मशीनां बना दित्तियां। पता ही नहीं मनुख दे शरीर ने किन्नियां क ताकतवर वस्तुआं बना दित्तियां, किन्नियां क ताकतवर कोई अंदाजा नहीं, इन्ना ताकतवर शरीर है।
ਇਹਨੇ ਆਪਣੀ ਮੌਤ ਤੋਂ ਬਚਣ ਦੇ ਲਈ ਬੜੇ ਵੱਡੇ ਵੱਡੇ ਸਾਧਨ ਬਣਾ ਲਏ। ਆਪਣੇ ਤਨ ਤੇ ਉਹ ਜਾਕਟਾਂ ਪਾ ਲਈਆਂ ਜਿਹੜੀਆਂ ਜਾਕਟਾਂ 'ਚ ਕੋਈ ਹਥਿਆਰ, ਕੋਈ ਕਿਸੇ ਤਰ੍ਹਾਂ ਦਾ ਗੋਲੀ ਛਿੱਕਾ ਕੰਮ ਨਹੀਂ ਕਰਦਾ। ਐਡੀ ਤਾਕਤ ਆ ਬੰਦੇ ਕੋਲੇ। ਪਰ ਹਰ ਕਦੋਂ ਗਿਆ? ਜਦੋਂ ਮੌਤ ਆ ਗਈ। ਹਰ ਉਦੋਂ ਗਿਆ, ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ। ਹੁਣ ਭਗਤ ਜੀ ਕਹਿੰਦੇ ਹੁਣ ਦੱਸ ਤੇਰੀ ਤਾਕਤ ਕਿੱਧਰ ਗਈ? ਹੁਣ ਤਾਕਤ ਕਿੱਥੇ ਗਈ? ਖਿਣ ਮੈਂ ਭਏ ਪਰਾਏ। ਹੁਣ ਇੱਕ ਖਿਣ ਦੇ ਵਿੱਚ ਤੂੰ ਪਰਾਇਆ ਹੋ ਗਿਆ, ਬਗਾਨਾ ਹੋ ਗਿਆ। ਹੁਣ ਤੈਨੂੰ ਕੋਈ ਨਹੀਂ ਕਹਿੰਦਾ ਮੇਰਾ ਆਪਦਾ। ਜੇ ਕਹਿੰਦਾ ਦੱਸ ਦੇ, ਕੋਈ ਨਹੀਂ ਕਹਿੰਦਾ। ਜੇ ਕੋਈ ਆਪਦਾ ਕਹੂ ਨਾ ਤੇ ਉਹਨੂੰ ਕਹਾਂਗੇ ਤੂੰ ਰੱਖ ਲੈ ਫਿਰ ਘਰੇ। ਨਾ ਉਹ ਰਸੋਈ 'ਚ ਰੱਖੇ ਤੇ ਨਾ ਉਹ ਮਹਿਲਾਂ 'ਚ ਰੱਖੇ। ਲਿਖਿਆ ਕੀ ਸੀਗਾ? ਉੱਚੇ ਮੰਦਰ ਸਾਲ ਰਸੋਈ, ਏਕ ਘੜੀ ਫੁਨ ਰਹਿਣ ਨਾ ਹੋਈ। ਇੱਕ ਘੜੀ ਵੀ ਤੈਨੂੰ ਕੋਈ ਉੱਥੇ ਰੱਖੂ। ਜਿਹੜੇ ਤੈਨੂੰ ਕਹਿੰਦੇ ਨੇ ਮੇਰੇ ਆਪ ਦੇ, ਇੱਕ ਘੜੀ ਵੀ ਨਹੀਂ ਰੱਖਣਾਗਾ। ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਦੱਸ ਹੁਣ ਤੇਰੀ ਤਾਕਤ ਕਿੱਧਰ ਗਈ? ਤਾਕਤਵਰ ਇਹਨਾਂ ਨੇ ਬਹੁਤ ਕੁਛ ਬਣਾਇਆ, ਇੱਥੇ ਆ ਕੇ ਤਾਕਤ ਫੇਲ ਹੋ ਗਈ। ਇਹ ਆਪਣੇ ਆਪ ਨੂੰ ਰੱਬ ਦੇ ਹੁਕਮ ਦੇ ਵਿੱਚ ਆਈ ਹੋਈ ਮੌਤ ਦੇ ਫਰਿਸ਼ਤਿਆਂ ਤੋਂ ਬਚਾ ਨਹੀਂ ਸਕਿਆ। ਜਿੱਦੇ ਮੌਤ ਆਈ ਹੈ ਨਾ, ਮੌਤ ਤੋਂ ਬਚਾ ਨਹੀਂ ਸਕਿਆ। ਤਾਈਓ ਰੱਬੀ ਪਿਆਰਿਆਂ ਦੇ ਬੋਲ ਸੀ, ਰੱਬਾ ਜ਼ਿੰਦਗੀ ਥੋੜੀ ਦੇਈ ਸੋਹਣੀ। ਇੱਥੇ ਵੱਡੀ ਜ਼ਿੰਦਗੀ ਨੂੰ ਮਾਨਤਾ ਨਹੀਂ, ਵੱਡੀ ਉਮਰ ਨੂੰ ਮਾਨਤਾ ਨਹੀਂ। ਉਮਰ ਭਾਵੇਂ ਛੋਟੀ ਹੋਵੇ, ਕਰਨੀ ਨੂੰ ਮਾਨਤਾ ਹੈ। ਤਾਈਓ ਭਗਤ ਰਵਿਦਾਸ ਜੀ ਨੇ ਕਹਿਤਾ ਕਰਨੀ ਨੂੰ ਪ੍ਰਧਾਨ ਬਣਾ ਲਾ ਭਾਈ, ਕਰਨੀ ਨੂੰ ਉੱਚਾ ਕਰ ਲਾ ਆਪਣੀ ਨੂੰ। ਜੇ ਤੇਰੀ ਕਰਨੀ ਉੱਚੀ ਹੈ ਨਾ, ਜ਼ਿੰਦਗੀ ਵੀ ਉੱਚੀ ਆ। ਵੱਡੀ ਉਮਰ ਨੂੰ ਸ਼ਾਬਾਸ਼ੀ ਨਹੀਂ, ਉਮਰ ਭਾਵੇਂ ਛੋਟੀ ਹੋਵੇ, ਸ਼ਾਬਾਸ਼ੀ ਦਾ ਪਾਤਰ ਤਾਂ ਬਣੇਗਾ ਜੇ ਕੁਛ ਚੰਗਾ ਕਰੇਗਾ। 3 ਨੰਬਰ ਗੱਲ ਆ ਗਈ। ਹੁਣ ਕਿੱਥੇ ਪਹੁੰਚ ਗਏ ਆਪਾਂ? ਭਾਈ ਬੰਦ ਕੁਟੰਬ ਸਹੇਰਾ। ਇਸ ਧਰਤੀ ਤੇ ਬੜੇ ਭਾਈ ਨੇ, ਬੰਧਪ ਰਿਸ਼ਤੇਦਾਰ ਬੜੇ ਨੇ। ਭਾਈ ਬੰਦ ਕੁਟੰਬ ਮੇਰਾ ਆਪਣਾ ਪਰਿਵਾਰ, ਸਹੇਰਾ ਬੜੇ ਨੇੜੇ ਨੇ ਮੇਰੇ, ਨੇੜਲੇ ਰਿਸ਼ਤੇਦਾਰ, ਨੇੜਲੇ ਦੋਸਤ ਮਿੱਤਰ, ਪਰ ਮੈਨੂੰ ਮੌਤ ਤੋਂ ਬਚਾ ਨਹੀਂ ਸਕੇ। ਓਏ ਪੀ ਨਾ ਲਾਗੇ ਕਾਢ ਸਵੇਰਾ। ਸਵੇਰਾ ਭਾਵ ਸਵਖਤੇ ਹੋਣ ਤੋਂ ਪਹਿਲਾਂ, ਭਾਵ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ, ਮੌਤ ਦਾ ਦਿਨ ਆਉਣ ਤੋਂ ਉਹ ਮੈਨੂੰ ਬਚਾ ਨਹੀਂ ਸਕੇ। ਉਹ ਦਿਨ ਜ਼ਰੂਰ ਆ ਗਿਆ ਮੇਰੇ ਤੇ। ਫਿਰ ਕੀ ਲਿਖਿਆਗਾ? ਘਰ ਕੀ ਨਾਰ। ਸਭ ਤੋਂ ਨੇੜਲਾ ਸਾਡੇ ਕੌਣ ਸੀਗਾ? ਘਰ ਦੀ ਨਾਰ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤਉ ਪ੍ਰੇਤ ਕਰ ਭਾਗੀ। ਉਹ ਤਉ ਪ੍ਰੇਤ ਕਰ ਭਾਗੀ। ਪ੍ਰੇਤ ਤੋਂ ਭਾਵ ਹੁਣ ਬੁਰਾ ਲੱਗਦਾ, ਉਜੜਿਆ ਲੱਗਦਾ ਗਾ, ਖਾਲੀ ਲੱਗਦਾ ਗਾ। ਇਸ ਸਰੀਰ ਨੂੰ ਸਲਾਮ ਤਾਂ ਸੀ ਜੇ ਸਰੀਰ ਵਿੱਚ ਜਿੰਦ ਸੀ। ਇਸ ਸਰੀਰ ਨੂੰ ਸਲਾਮ ਤਾਂ ਸੀ ਜੇ ਸਰੀਰ ਵਿੱਚ ਸਾਹ ਸੀ। ਇਹ ਕਿਹਨੇ ਗੱਲ ਕਹੀ ਆ? ਘਰ ਵਾਲੀ ਨੇ। ਵੈਸੇ ਮਾਫ ਕਰਨਾ ਵੀ ਮੇਰਾ ਤਜਰਬਾ ਘੱਟ ਹੈ ਇਸ ਪੱਖ ਤੇ, ਤੁਹਾਡਾ ਤਜਰਬਾ। ਘਰ ਵਾਲੀ ਜਿਹੜੀਆਂ ਗੱਲਾਂ ਭਗਤ ਰਵਿਦਾਸ ਜੀ ਨੇ ਕਹੀਆਂ ਨਾ, ਇਹ ਅੱਜ ਨਹੀਂ ਕੋਈ ਕਰਦਾਗਾ, ਭੁੱਲ ਗਏ। ਇਹ ਗੱਲਾਂ ਅੱਜ ਨਹੀਂ ਕਰਦਾ। ਗੱਲਾਂ ਹੁੰਦੀਆਂ ਸੀ ਤਾਂ ਇਹ ਗੁਰਬਾਣੀ ਵਿੱਚ ਦਰਜ ਕੀਤੀਆਂ। ਉਹ ਕਹਿੰਦੀ ਹੈ ਸਿਰ ਮਾਰਦੀ ਆ, ਹੁਣ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਅੱਛਾ, ਜੇ ਘਰ ਵਾਲੀ ਉੱਥੇ ਚੜ੍ਹਾਈ ਕਰ ਗਈ ਨਾ, ਤੇ ਘਰ ਵਾਲਾ ਕਹਿੰਦਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਮੇਰਾ ਵੀ। ਦੇਖੋ ਕਮਾਲ ਦੀ ਗੱਲ ਆ। ਰਿਸ਼ਤਾ ਕਿਸ ਚੀਜ਼ ਨਾਲ ਸੀ? ਸਵਾਸਾਂ ਨਾਲ। ਰਿਸ਼ਤਾ ਕਿਸ ਚੀਜ਼ ਨਾਲ ਸੀ? ਜਿੰਦ ਨਾਲ। ਪਰ ਜਿੰਦ ਦੇ ਪ੍ਰਬੰਧ ਬੰਦੇ ਨੇ ਕੋਈ ਨਹੀਂ ਕੀਤੇ। ਤਨ ਦੇ ਪ੍ਰਬੰਧ ਬਹੁਤ ਆ, ਜਿੰਦ ਦਾ ਪ੍ਰਬੰਧ ਨਹੀਂ ਕੀਤਾ। ਜਿਹੜੀ ਜਿੰਦ ਨਾਲ ਰਿਸ਼ਤਾ ਨਾ, ਉਹਦਾ ਪ੍ਰਬੰਧ ਕੋਈ ਨਹੀਂ ਕੀਤਾ। ਅੱਛਾ, ਜਿਹੜੇ ਤਨ ਨਾਲ ਰਿਸ਼ਤਾ ਗਾ ਤੇ ਅੰਤ ਵੇਲੇ ਕਹਿ ਦਿੱਤਾ ਮੇਰਾ ਰਿਸ਼ਤਾ ਕੋਈ ਨਹੀਂ, ਉਹ ਤਨ ਨੂੰ ਸਵਾਰਨ ਦੇ ਲਈ ਭਗਤ ਰਵਿਦਾਸ ਜੀ ਕਹਿੰਦੇ ਬੰਦੇ ਨੇ ਬੜਾ ਜ਼ੋਰ ਲਾਇਆ। ਤੇ ਅੱਜ ਬਿਊਟੀ ਪਾਰਲਰ ਦਾ ਜ਼ੋਰ ਲੱਗਦਾ ਸਾਡਾ, ਸੱਚ ਹੈ ਇਹ। ਬੰਦੇ ਦਾ ਵੀ ਲੱਗਦਾ ਆਪਣੇ ਲਈ, ਭੈਣ ਦਾ ਵੀ ਲੱਗਦਾ ਆਪਣੇ ਲਈ। ਜਿਹੜੇ ਤਨ ਨੇ ਇੱਕ ਦੂਜੇ ਦੀ ਮਦਦ ਨਹੀਂ ਕਰਨੀਗੀ, ਜਿੰਦ ਨੇ ਸਹਾਰਾ ਬਣਨਾ ਸੀ। ਜਿੰਦ ਨੂੰ ਕਿਸੇ ਵੀ ਬਿਊਟੀ ਪਾਰਲਰ 'ਚ ਨਹੀਂ ਲੈ ਕੇ ਗਿਆਗਾ। ਜਿੰਦ ਦੀ ਬਿਊਟੀ ਪਾਰਲਰ ਕਿਹੜੀ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਲਾ ਦੁਆਲਾ। ਇਹ ਜਿੰਦ ਨੂੰ ਸਵਾਰਨ ਦਾ ਇੱਕ ਸਾਡੇ ਕੋਲੇ ਦੁਕਾਨ ਆ, ਸਾਡੇ ਕੋਲੇ ਸਾਧਨ ਆ, ਜਿੱਥੇ ਸਾਡੀ ਜਿੰਦ ਨੂੰ ਘੜਿਆ ਜਾਂਦਾ। ਘੜੀਏ ਸ਼ਬਦ ਸੱਚੀ ਟਕਸਾਲ। ਇਹ ਟਕਸਾਲ ਨੂੰ ਭਾਵੇਂ ਬਿਊਟੀ ਪਾਰਲਰ ਕਹਿ ਲਿਆ ਆਪਾਂ, ਇਹ ਸੱਚੀ ਦੁਕਾਨ ਆ। ਇੱਥੇ ਕਿੰਨੇ ਗਾਉਂਦੇ ਨੇ? ਬਹੁਤ ਘੱਟ ਨੇ। ਤੇ ਜਿਹੜੀਆਂ ਦੁਨਿਆਵੀ ਸਰੀਰਾਂ ਨੂੰ ਸਜਾਵਟ ਕਰਨ ਵਾਸਤੇ ਦੁਕਾਨਾਂ ਪਾਈਆਂ, ਉਹਨਾਂ ਕੋਲੇ ਬਾਰੀ ਨਹੀਂ ਆਉਂਦੀ ਭਾਈ। ਸੋਚ ਕੇ ਦੇਖੋ।
इत्थे चाहे पत्नी सी चाहे पति सी, भगत जी कहते दोनों नहीं कह दिता, हुण साडा इहदे नाल कोई रिश्ता नहीं। भावें रिश्तेदार से पहला पंक्ति ले ली आपां, उन्होंने भी कहता कोई रिश्ता नहीं है। अजे तक सारे रिश्ते फेल ने गए, सारे साधन फेल ने गए, सारी कमाई कीती हुई फेल आ। फिर जीवन कैसा बन गया? ये तन ऐसा जैसे घास की टाटी, जल गए घास रल गए माटी। बंदिया आखिरकार ये तन ने मिट्टी विच रल जाना, मिट्टी तो सफर, मिट्टी ते आके अंत हो जाता। क्योंकि साडा खून कित्थों बनदा गा? साडे अनाज तो, कणक ला लो, चौल ला लो, छोले ला लो, जो भी आपां अनाज खाने आ ਉਹ ਤੋਂ खून बनता ना, तो खून तो मूरत बनती है शरीर की। माँ की रकत, रत मींज खून, खून तो नमूना बनता गा। ते वो खून मिलिया कित्थों आ? मिट्टी चों। मिट्टी ने खून दिता गा। मिट्टी चों की निकलिया सी? अनाज, फ्रूट, वो मिट्टी चों निकले है ना। मिट्टी चों भोजन छक के अंत मिट्टी तक ही खत्म हो गई। सुआह, अंड सुआह बन जाती है। कोई दबिया गया, कोई मचाया गया। सच्चे पातशाह जी कहते ना, घर की नार उरह तन लागी, ओ तो भूत भूत कर भागी। लास्ट विच भगत रविदास जी कहते, कहे रविदास सबै जग लुटिया। आ कहानी दे विच जो आपां हुण तक सारी सुन ली, इहदे विच पूरे दा पूरा संसार लुटिया गया। कहे रविदास सबै जग लुटिया, हम तो एक राम कह छूटिया। कोई इस धरती ते बचिया नहीं, सब खत्म हो गए, लुटे गए, सब लुटे गए ना, कोई नहीं बचिया। पर एक बच गया। कौन? भगत रविदास जी ने माण दे नाल, देखो अपने च गुण है ना, ਉਹਦਾ हंकार करना तो गलत गल आ, वो तो आपां सारे जानते हैं। पर वो गुण ते स्वैमान होना, अपने आप को जुरत च रखना भी हाँ मेरे च गुण है तां है, इहदे विच कोई शक नहीं। जां तूं तां मैं मान किया है। जे मेरा गुरु मेरे नाल आ ना, तां मान करना कोई वड्डी गल नहीं है। दशमेश पिता भी मान करते हैं अपने ते अपने परिवार ते, अपने सिखां ते। है कोई दुनिया च? गुरु गोबिंद सिंह महाराज जी उंगल खड़ी करके कहते हैं, है कोई मेरे वर्गा ते मेरे पुत्तां वर्गा? ते कोई नहीं। हंकार नहीं, उत्थे अणख च गल कीती आ। इत्थे भगत रविदास जी ने अपने वल उंगल करके गल कही आ, मैं बच गया, मैं बच गया। हुण जित्ती गई ना बाजी, इस नूं कहा जांदा जित्ती हुई गेम, असीं जित गए। हुण भगत रविदास जी कहंदा मैं जित गया भाई, लोक लुटे गए, मैं लुट तो बच गया। हुण जेड़ा भी भगत रविदास जी दे अज दे इस पावन बचन नूं सुन के जीवन च कमा लवेगा, ते चेता रखियो वो भी एक दिन कहेगा मैं बच गया, बाकी सब लुटे गए। कोई काम क्रोध लोभ हंकार दी भाव लुट विच आ गया, कोई विषे विकार लुट्टां खोहां दे विच आ गया, वक्खो वखरियां लुट्टां खोहां दे विच बंदा आ गया। ते फिर गुरु साहब जी कहंदे बच, बचना किवें आ? गुरबाणी नाल जुड़ के। कह रविदास सबै जग लुटिया, हम मैं, हम तो एक राम कह छुटिया। जे भगत रविदास जी कहंदे ना एक रब दा नाम लेके मैं बच गया, ते आपां भी उसे रब दा नाम जपीए, ते आपां भी जरूर बच जावांगे, जरूर बचांगे। हुण भगत रविदास जी नूं आपां देखीए दुनिया दी अख नाल तां ओह नहीं हन, दुनिया दी अख नाल वेखांगे ना, शरीर करके नहीं हन। पर जदों गुरु नानक साहब तो ज्ञान लैके सुरत दी अख नाल वेखांगे तां भगत रविदास जी अज भी साडे विच मौजूद ने। पिछले दिनों दे विच उन्हां दा जन्म दिहाड़ा मनाया गया, सारी दुनिया दे विच चलो थां थां ते मनाया जांदा है। पर अज दे समय मुताबक जदों आपां गुरमत दी कसवट्टी ते देखांगे ना, तां भगत रविदास जी अजे भी जिउंदा। इनू की कहा जाता? गुरु साहब सानू मरण तो बचा लेंदे ने, पर बचाउंदे किहड़ी मौत तो आ? वो बचाउंदे ने आ मौत तो असीं किसी बंधन विच फस के अपनी जिंदगी बर्बाद नहीं करदे। असीं बंधना तो मुक्त होके सोहनी जिंदगी जिउं के एक दुनिया दे लई मुनारा बन जाने आ, एक दुनिया दे लई चानण बन जाने आ, दुनिया दे लई एक बल्लभ बन जाने आ। भगत रविदास ओ ने जिहड़े दुनिया दे लई एक बल्लभ ज्ञान दा दीवा बने।
फिर गुरु साहब ने बाणी च लिखिया ना, जिनकी चीरी दरग है पाटी तिन्ना मरना भाई, जिन्हां दी परची निकले उन्हां नूं कोई बचा नहीं सकता, पर बचाउंदा है गुरु आत्मक मौत तो बचा लेंदा है। भगत जी ने आत्मक मौत दे संबंधी ना मरण करके अपने बल हथ करके कहा मैं बच गया। कादे करके बचिया? हम तो राम कह छुटिया, एक परमात्मा दा नाम जप के ही मैं बच गया। भाई तुसीं भी बच जाओ। ते भगत रविदास जी दे ਆਪਾਂ 3 शब्द सूही राग दे विचों पढ़े ने। सूही राग दी वार विच तिन्ने शब्दां दे विच भगत जी ने मौत दे संबंधी, मौत दे आले दुआले रह के गल कीती आ। सो आपां सुन लिया। सब दा धन्नवाद। जिन्नियां को बेनतियां होईयां ने सब ने सुन के जिंदगी च कमाउणियां। भुल्लां दी खिमा। वाहिगुरू जी का खालसा, वाहिगुरू जी की फतेह।